ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਚਾਰ ਦਾ ਵਿਸ਼ਾ ਪਿੱਛੋਂ ਹੀ ਚੱਲਿਆ ਹੋਇਆ ਹੈ, ਪਰ ਕਿਉਂਕਿ ਇੱਕ ਅਸੀਂ ਪਰਵ ਮੰਨਿਆ ਹੋਇਆ ਹੈ ਤੇ ਘੱਟ ਤੇ ਘੱਟ ਦਾ ਉਸ ਪਰਵ ਨਾਲ ਕੀ ਮੇਲ ਜੋਲ ਹੈ, ਆਪਾਂ ਅੱਜ ਉਹਦੀ ਥੋੜੀ ਜ਼ਿਆਦਾ ਵਿਸਤਾਰ ਕਰਾਂਗੇ। ਕਿ ਪਿੱਛੋਂ ਆਪਾਂ ਇਹ ਵਿਚਾਰ ਲੈ ਕੇ ਆਏ ਹਾਂ ਕਿ ਜਿਹੜੀ ਜੋਤ ਘੱਟ ਹੁੰਦੀ ਹੈ, ਜਦੋਂ ਪੂਰਨ ਹੁੰਦੀ ਹੈ ਉਹੀ ਘੱਟ ਚ ਆਉਂਦੀ ਹੈ। ਜਦੋਂ ਘੱਟ ਚ ਆਉਂਦੀ ਹੈ ਤਾਂ ਉਹ ਭਵਸਾਗਰ ਵਿੱਚ ਆ ਜਾਂਦੀ ਹੈ। ਭਵਸਾਗਰ ਦੇ ਵਿੱਚ ਆਪਾਂ ਨੂੰ 3 ਲੋਕ ਦਾ ਜੋ ਗੁਰਬਾਣੀ ਨੇ ਵਿਸਤਾਰ ਦਿੱਤਾ, ਉਹਦਾ ਆਪਾਂ ਚਾਰਟ ਬਣਾਇਆ ਜਿੰਨੀ ਆਪਣੀ ਸਮਝ ਹੈ। ਕਿ ਜਦੋਂ ਚੌਥੇ ਲੋਕ ਵਿੱਚ ਹੈ ਉਸ ਸਮੇਂ ਤਾਂ ਘੱਟ ਚ ਹੈ ਨਹੀਂ, ਉਸ ਸਮੇਂ ਤਾਂ ਇਹ ਘੱਟ ਹੈ। ਜਦੋਂ ਚੌਥੇ ਲੋਕ ਤੋਂ ਥੱਲੇ ਆਉਂਦੀ ਹੈ ਜੋਤ, ਜਦੋਂ ਇਹਦੇ 'ਚ ਕੋਈ ਭਰਮ ਪੈਦਾ ਹੋ ਜਾਂਦਾ, ਕੋਈ ਊਂਘ ਪੈਦਾ ਹੋ ਜਾਂਦੀ ਹੈ, ਇਸ ਤਰ੍ਹਾਂ ਦੇ ਇਸ਼ਾਰੇ ਮਿਲਦੇ ਆ ਗੁਰਬਾਣੀ 'ਚ। ਸੋ ਫਿਰ ਅਪਾਰ ਨਹੀਂ ਰਹਿੰਦੀ, ਫਿਰ ਇਹ ਘੇਰੇ 'ਚ ਆ ਕੇ ਮਹਿਦੂਦ ਹੋ ਜਾਂਦੀ ਹੈ। ਮਹਿਦੂਦ ਹੋਈ ਹੋਈ ਜਿਹੜੀ ਹੈਗੀ ਹੈ ਚੌਥੇ ਲੋਕ ਤੋਂ ਫਿਰ ਇੱਥੇ ਆ ਜਾਂਦੀ ਹੈ। ਇਹਨੂੰ ਕੀ ਮੰਨਿਆ ਹੋਇਆ, ਉਹ ਤੋਂ ਬਾਅਦ ਫਿਰ ਇਹੀ ਜੋਤ ਨੇ ਗਰਭ ਧਾਰਨਾ ਤੇ ਗਰਭ ਧਾਰ ਕੇ ਫਿਰ ਮਿਰਤ ਲੋਕ 'ਚ ਆਉਣਾ। ਇੱਥੇ ਫਿਰ ਅੰਮ੍ਰਿਤ ਛਕਣਾ ਹੈ। ਜੇ ਅੰਮ੍ਰਿਤ ਛਕ ਲੈਂਦੀ ਹੈ, ਜੇ ਸਮਝ ਆ ਜਾਂਦੀ ਹੈ ਅੰਮ੍ਰਿਤ ਹੈ ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਦਾ ਭੰਡਾਰ ਅੰਦਰ ਹੀ ਹੈ, ਪਰ ਸੁਰਤ ਜੋ ਹੈ ਉਹ ਅਵਘਟ ਤੋਂ ਘੱਟ ਚ ਲਿਆਉਣੀ ਪੈਂਦੀ ਹੈ ਜੇ ਅੰਮ੍ਰਿਤ ਛਕਣਾ ਹੈ। ਇਹ ਨਿਰਾਕਾਰੀ ਪੱਧਰ ਦੀਆਂ ਗੱਲਾਂ ਨੇ। ਜਿਹੜੀ ਬਾਹਰ ਦਿੱਤੀ ਜਾਂਦੀ ਹੈ ਉਹ ਪੌਹਲ ਹੈ। ਪੌਹਲ ਨੂੰ ਅਸੀਂ ਅੰਮ੍ਰਿਤ ਕਹਿ ਕੇ ਉਹ ਦੋ ਚੀਜ਼ਾਂ 'ਚ ਕਨਫਿਊਜ਼ਨ ਪੈਦਾ ਕੀਤਾ ਹੋਇਆ। ਉਹ ਹੈ ਜਦੋਂ ਤੁਸੀਂ ਸ਼ਪਥ ਲੈਣੀ ਹੈ ਕਿ ਮੈਂ ਖਾਲਸਾ ਫੌਜ ਦਾ ਹਿੱਸਾ ਬਣਨਾ। ਖਾਲਸਾ ਸੰਗਤ ਜਿਹੜੀ ਹੈ ਉਹ ਗੁਰਬਾਣੀ ਨੂੰ ਮੰਨਦੀ ਹੈ, ਦਸਮ ਬਾਣੀ ਨੂੰ ਮੰਨਦੀ ਹੈ। ਸੋ ਇਹ ਬੇਸਿਕ ਡਿਵੀਜ਼ਨ ਹੈ। ਹਾਂ, ਕੁਝ ਲੋਕ ਦਸਮ ਬਾਣੀ ਤੇ ਕਿੰਤੂ ਪਰੰਤੂ ਕਰਦੇ ਨੇ ਕਿਉਂਕਿ ਉਹਨਾਂ ਨੇ ਇਸ ਨੂੰ ਖੋਜਿਆ ਨਹੀਂ ਆਦ ਨੂੰ। ਤੋ ਅੱਜ ਆਪਾਂ ਉਹੀ ਜੋ ਪਿੱਛੋਂ ਚੱਲਦਾ ਆ ਰਿਹਾ ਆਪਣਾ ਪ੍ਰਕਰਣ ਘੱਟ ਤੇ ਅਵਘਟ ਦਾ, ਉਹਨੂੰ ਥੋੜਾ ਜਿਹਾ ਹੋਰ ਐਂਗਲ ਤੋਂ ਦੇਖ ਲੈਂਦੇ ਹਾਂ ਕਿਉਂਕਿ ਗੱਲ ਰਾਮ ਦੀ ਕਰਨੀ ਆਪਾਂ। ਸਭੈ ਘਟ ਰਾਮ ਬੋਲੇ। ਹੁਣ ਰਾਮ ਚੇਤਨ ਹੈ, ਬੋਲੇ ਜਿਹੜਾ ਹੈਗਾ ਉਹ ਪ੍ਰੈਜ਼ੈਂਟ ਕੰਟੀਨਿਊਅਸ ਹੈ। ਮੇਰੇ ਵਿੱਚ ਵੀ ਜੋ ਬੋਲ ਰਿਹਾ ਉਹ ਰਾਮ ਹੈ ਬੋਲ ਰਿਹਾ, ਪਰ ਉਹ ਕਿਸ ਤਰ੍ਹਾਂ ਬੋਲ ਰਿਹਾ ਇਸ ਦਾ ਖੁਲਾਸਾ ਅੱਗੇ ਕੀਤਾ ਹੋਇਆ ਇਸੇ ਪੰਕਤੀ 'ਚ। ਰਾਮਾ ਬੋਲੇ। ਹੁਣ ਇਹਦੇ ਨਾਲ ਕੰਨਾ ਲਾਤਾ। ਗੁਰਬਾਣੀ ਦਾ ਇਹ ਨੇਮ ਹੈ ਕਿ ਜਦੋਂ ਕਿਸੇ ਚੀਜ਼ ਦਾ ਮਿਨੀਏਚਰ ਫਾਰਮ ਸ਼ੋ ਕਰਨਾ ਹੋਵੇ, ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੇ ਟੀਕੇ 'ਚ ਲਿਖਿਆ ਹੋਇਆ, ਜਦੋਂ ਉਹਦਾ ਕੋਈ ਇੱਕ ਵਿਰਾਟ ਰੂਪ ਹੁੰਦਾ, ਇੱਕ ਉਹਦਾ ਹੋ ਜਾਂਦਾ ਹੈ ਬਾਵਨ ਰੂਪ ਛੋਟਾ। ਜਿਹੜਾ ਰਾਮਾ ਹੈਗਾ ਇਹ ਰਾਮ ਦਾ ਬਾਵਨ ਰੂਪ ਹੈ। ਰਾਮ ਘਟ 'ਚ ਹੈ, ਔਕਟ 'ਚ ਰਾਮਾ ਹੈ। ਇਹ ਆਪਾਂ ਦਿਖਾਇਆ ਕਿ ਜਦੋਂ ਆਪਾਂ ਬੋਲਦੇ ਹਾਂ ਅਸਲ ਵਿੱਚ ਰਾਮੇ ਕੋਲ ਜੀਭ ਹੈ ਬਣੀ ਹੋਈ, ਕੀ ਕਹਿੰਦੇ ਮਾਸ ਦੀ, ਤੇ ਰਾਮ ਕੋਲ ਸ਼ਕਤੀ ਹੈ। ਉਹ ਰਾਮ ਦੀ ਸ਼ਕਤੀ ਜੇ ਨਾ ਹੋਵੇ ਤਾਂ ਰਾਮਾ ਨਹੀਂ ਬੋਲ ਸਕਦਾ ਕਿਉਂਕਿ ਸਰੀਰ ਨਹੀਂ ਚੱਲਦਾ। ਸਰੀਰ ਨੂੰ ਰਾਮ ਚਲਾ ਰਿਹਾ, ਉਸੇ ਹੀ ਐਨਰਜੀ ਦਾ ਹਿੱਸਾ ਰਾਮਾ ਹੈ। ਰਾਮਾ ਜੋ ਹੈ ਉਹਦੇ ਕੋਲ ਜੀਭ ਹੈ, ਕੰਨ ਹੈ, ਨੱਕ ਹੈ। ਪਿੱਛੇ ਜਾ ਕੇ ਰਾਮਾ ਦੇ ਕੋਲ ਜੇਵਾ ਬਣ ਜਾਂਦੀ ਹੈ, ਸਰਵਣ ਬਣ ਜਾਂਦੇ ਨੇ ਤੇ ਨੇਤਰ ਬਣ ਜਾਂਦੇ ਨੇ। ਸੋ ਇਹ ਭਾਸ਼ਾ ਦਾ ਸਾਡਾ ਜੋ ਭਗਤਾਂ ਨੇ ਸਮਝਾਇਆ ਹੈ ਕਿ ਕਿਸ ਤਰ੍ਹਾਂ ਨਿਰਾਕਾਰੀ ਦੁਨੀਆ ਵਿੱਚ ਗੱਲ ਕਰਨੀ ਹੈ, ਕਿਵੇਂ ਆਕਾਰ 'ਚ ਕਰਨੀ ਹੈ, ਇਹਦੀ ਸਾਨੂੰ ਖੋਜ ਦੀ ਲੋੜ ਹੁੰਦੀ ਹੈ। ਸੋ ਇਸੇ ਗੱਲ ਨੂੰ ਆਪਾਂ ਜਾਰੀ ਰੱਖਾਂਗੇ। ਸਭੈ ਘਟ ਰਾਮ ਬੋਲੇ, ਕਿ ਰਾਮ ਤੇ ਔਂਕੜ ਲਾਇਆ ਹੋਇਆ। ਰਾਮ ਵੇਦ ਦਾ ਰਾਮ ਹੈ। ਉਹ ਇਹਦਾ ਵਿਸਤਾਰ ਬਹੁਤਾ ਨਹੀਂ ਹੋਇਆ, ਇਹਨੂੰ ਬਲਕਿ ਛਪਾਇਆ ਹੀ ਗਿਆ ਜਿੱਥੇ ਤੱਕ ਹੋਇਆ। ਇਹਦੀ ਜਗ੍ਹਾ ਇੱਕ ਅੱਖਰ ਅਸੀਂ ਹੋਰ ਘੜਿਆ ਹੋਇਆ ਜਿਹੜਾ ਕਿ ਗੁਰਮਤ ਵਿੱਚ ਸਿਰਫ ਇੱਕ ਭੱਟ ਜੀ ਨੇ ਵਰਤਿਆ, ਉਹ ਹੈਗਾ ਵਾਹਿਗੁਰੂ। ਅਸੀਂ ਸੋਚਦੇ ਹਾਂ ਕਿ ਰਾਮ ਬੋਲਣਾ ਤਿਰਸਕਾਰ ਹੈ, ਵਾਹਿਗੁਰੂ ਬੋਲਣਾ ਸ਼ਾਇਦ ਉਪਕਾਰ ਹੈ। ਗੁਰਮਤ ਦਾ ਇਸ ਤਰ੍ਹਾਂ ਨਹੀਂ ਮੰਨਿਆ ਹੋਇਆ, ਉਹ ਅੱਜ ਆਪਾਂ
इस गल का होर विस्तार कर लेने। राम और रामा किथे किथे आउंदा है, की इशारे ने। सब है कट राम बोले रामा बोले, राम बिना को बोले रे। ये भगत नामदेव जी का शब्द है कि जदों तक राम है, जदों तक ये बोलता है जीव, जब अपनी जोत खिंचे तू स्वामी ताको करे बखाना, उस तो बाद बख्यान नहीं हुंदा, क्योंकि रामा राम च मिल जाता उस तो पहले ही। सो राम ने ही फिर आगे हंस अकेला की जो अवस्था दसी है कि बोलने वाली शक्ति राम है, पूजन वाली शक्ति भी उही है। कि असल च शक्ति वो जीव विच वो है, जिहड़ी दूसरी शक्ति है वो तो उहदा एक उपरूप है। जिवें एक मुख मंत्री हुंदा, एक उप मुख मंत्री हुंदा। रामा जिहड़ा उप मुख मंत्री है, पर मुख मंत्री जिहड़ा हैगा वो राम है। तो इस तरह आप समझ सकते हैं। अगे पंचम पातशाह भी समझाते हैं, राम रामा रामा गुण गावो, संत प्रताप साध कै संगे, हरि हरि नाम ध्यावो रे। वो अपनी अवस्था दस रहे हैं कि उन्होंने मुक्ति तो गां दो पदार्थ तो गां चार पदार्थ किवें प्राप्त किए हैं। वो कहते दो हस्तियां है साडे अंदर, मन तू जोत स्वरूप है अपना मूल पछाण, जिहड़ा मेरा मूल है वो तो हैगा राम, ते दूसरा जिहड़ा हैगा जो स्वरूपी वो हैगा रामा। हुण रामा ने गुण गाए ने, गाए किहदे ने? राम दे। सो रामा राम दे गुण गाउंदा, इहनूं जप कहने आ। इत्थों शुरू हुंदी है भगती, कोई अखर रटना नहीं कहा होया किते भी सानू, गुण गाउण दी गल है। बड़ी गल साफ है, ये गल तां कोई इन्नी ज़्यादा गुंझलदार भी नहीं है, पर जो असीं मन्निया होया उहनूं हुण सानू विचारन दी लोड़ है। गावों है अपनी गल कर रहे हैं कि जिहड़ा मैं गुण गा रहा असल विच मेरा रामा ही राम दे गुण गा रहा। वो पता कित्थों लगदे हैं? वो संत प्रताप, वो किसी संत ने दस्सिया जिहड़ा कि प्रतापी है, जिहदे की अंदर सूझ है, उहदे जीव जिहड़ी शक्ति है बल उहदा पूरा है। उन्होंने समझाया संत दे प्रताप किसे तो मैं सिक्ख्या लेके राम दे गुण गा रहे हैं, पर होया की है? साध कै संगे, मैं अपने संगी नूं साध लिया है, रामा साधिया गया है और रामा राम विच समा गया है। हुण जदों समा गया अगे की करना है? अगे हुण आएगे दो जिहड़े पदार्थ मिल चुके हैं, वो तो गां दो होर लेने हैं, वो हरि तो मिलते हैं। सो हरि ने दो पदार्थ देने हैं, पर हरि तो दो पदार्थ लेने लई वो तीया और चौथा पदार्थ है हरि नाम चाहिए, जो संत प्रताप तो प्राप्त होता है। गुरबाणी हरि का नाम है, राम नाम है। ये तो जप के फिर अगली जोड़ी सब तो इंपोर्टेंट अवस्था है वो है ध्यावों रे, क्योंकि मन का काम तो पूरा हो गया, मन तो हुण मर गया, हुण जीवित होना इन्हें, इनू जन्म पदार्थ मिलना। इस गल का ध्यान हुण ध्यान ये है असल विच, जिहड़े ध्यान होर दस्से हुए ने वो किसे नू ध्यान नहीं मन्निया। जप तो बाद जो ज्ञान तो बाद ध्यान है, वो ध्यान है गुरबाणी च। ज्ञान पहला, ज्ञान पूरा हो गया मन का, फिर जीव पूर्ण ब्रह्म हो जाता, पूर्ण ब्रह्म ध्याउंदा है, फिर इत्थों भगती शुरू हुंदी है साडी। इहदा होर इशारा भी आपां नूं जपी राम, किसे होर नूं नहीं जपना। एक किड्डी आपां नूं बड़ी क्लीयर इंस्ट्रक्शन है, इस तो बावजूद भी साडे जिवें कहिए भी कन्न ते जूं नहीं सरकदी। फिर जो असीं फल प्राप्त करांगे वो भी फिर पता ही है। रामा दुख निवारे, दुख सारे रामे कोल है, रामा ही राम नूं जपेगा और रामे दे दुख निवारे जाणगे। राम नूं कोई दुख नहीं है, राम नूं इन्ना है कि रामा जो है वो उहदे नाल मिल के चले। जिहड़ी बेड़ी है उहदे च दो चप्पू हुंदे हैं, एक चप्पू हैगा राम कोल, दूआ हैगा रामे कोल। राम रामे नूं दसदा है भी चप्पू मारन दा जिहड़ा तरीका है वो आ है, भी एक सिंक्रोनाइजेशन है। ऐ ना होवे मैं अगे नूं मारां तू पिछे नूं मारे तो साडी किश्ती उत्थे खड़ी रहे। रामे नूं समझण दी लोड़ है भी जे भवसागर च जिहड़ा बेड़ा आपां तारना है, जिन्हों दूए पासे लैके जाना, उहदे लई ये दोहां दी एक सिंक्रोनाइजेशन दी लोड़ है। उसे ऑर्डर च जे चलणगे तां किश्ती अगे नूं जाएगी, नहीं पिछे नूं भी आ सकदी है। मिले हरिजन संत,
इस तरह ਜਾਂ ਜਿਹੜੇ ਫਿਰ ਸੁਖ ਸਾਗਰ ਦੇ ਹਰੀਜਨ ਹੈ ਉਹਨਾਂ ਨਾਲ ਜਾਂ ਸੰਤ, ਇਹ ਸਾਰੇ ਪਲੂਰਲ ਚ ਦੋਨੋਂ ਵਰਡ, ਉਹਨਾਂ ਨਾਲ ਮੇਲ ਹੁੰਦਾ। ਸੋ ਇਹ ਸਾਡਾ ਰਾਮ ਦੀ ਪੂਜਾ ਆ ਸ਼ਕਤੀ ਦਿੰਦੀ ਹੈ ਜੀਵ ਨੂੰ ਕਿ ਉਹ 2 ਤੋਂ ਫਿਰ ਅੱਗੇ 4 ਪਦਾਰਥ ਪ੍ਰਾਪਤ ਕਰਦਾ ਹੈ। ਪਹਿਲੇ 2 ਪਦਾਰਥ ਮਨ ਨੂੰ ਚਾਹੀਦੇ ਨੇ, ਰਾਮੇ ਨੂੰ ਚਾਹੀਦੇ ਨੇ। ਸੋ ਜਦੋਂ ਇਹਦੇ ਕੋਲ 1 ਔਰ 2 ਆ ਗਏ, ਫਿਰ ਜਿਹੜੇ 2 ਪਦਾਰਥ ਨੇ ਉਹ ਫਿਰ ਹਰੀ ਦੇਗਾ। ਇਹ ਗੁਰਮਤ ਨੇ 4 ਪਦਾਰਥ ਗੁਰਮਤ ਦੇ ਆਪਣੇ ਮੰਨੇ ਹੋਏ ਆ। ਧਰਮ ਅਰਥ ਕਾਮ ਮੋਖ ਸਾਡੇ ਪਦਾਰਥ ਨਹੀਂ ਹੈ, ਇਹਨਾਂ ਚੋਂ 2 ਹੀ ਪਦਾਰਥ ਬਣਦੇ ਨੇ। ਹੁਣ ਇੱਕ ਬੜਾ ਰੀਸੈਂਟ ਆਰਟੀਕਲ ਆਇਆ ਸੀ, ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਾਂ। ਇਹ ਕੋਈ ਹੈਗੀ ਹੈ ਜੀ ਸਿੱਖ ਧਰਮਾ ਇੰਟਰਨੈਸ਼ਨਲ, ਹੁਣੇ ਲਿਖਿਆ 12 ਨਵੰਬਰ 2020 ਦਾ ਪੋਸਟਡ ਹੈ। ਉਹਨਾਂ ਨੇ ਕੋਈ ਕਹਾਣੀ ਘੜੀ ਹੈ ਆਪਣੇ ਵੱਲੋਂ, ਸਟੋਰੀ ਆਫ ਬੰਦੀ ਛੋੜ। ਜੇ ਗੁਰਬਾਣੀ 'ਚ ਕੋਈ ਚੀਜ਼ ਇਹੋ ਜਿਹੀ ਨਹੀਂ ਲਿਖੀ ਹੋਏ, ਸਾਨੂੰ ਮੰਨਣ ਦੀ ਲੋੜ ਨਹੀਂ ਹੈ, ਪਰ ਸਾਡੇ ਨਾਲ ਇਹ ਹੁੰਦਾ। ਔਰ ਇਹ ਆਪਾਂ ਸਿਰਫ ਦੇਖਣ ਲਈ ਹੈ ਕਿ ਇਸ ਤਰ੍ਹਾਂ ਅਸੀਂ ਇੰਨੇ ਯੁੱਗ ਇੰਟਰਨੈਟ ਵੀ ਆ ਗਿਆ, ਜਿਵੇਂ ਕਹਿੰਦੇ ਕਿ ਕਰਵਾ ਚੌਥ ਦਾ ਵਰਤ ਸਾਇੰਸ ਟੀਚਰਸ ਵੀ ਰੱਖੀ ਜਾਂਦੀਆਂ ਫੀਮੇਲ, ਉਹਨਾਂ ਨੂੰ ਕੋਈ ਸਾਇੰਸ ਤੇ ਫਿਰ ਭਰੋਸਾ ਨਹੀਂ ਹੈ। ਇਸ ਤਰ੍ਹਾਂ ਹੀ ਕਿੱਥੇ ਤੱਕ ਆਪਾਂ ਆ ਗਏ, ਇੱਕ ਇੱਕ ਅੱਖਰ ਗੁਰਬਾਣੀ ਦਾ ਆਪਾਂ ਖੋਜ ਸਕਦੇ ਹਾਂ। ਉਸ ਤੋਂ ਬਾਵਜੂਦ ਵੀ ਉਹ ਲਿਖਦੇ ਹਨ ਦੀ ਓਕੇਜਨ ਆਫ ਬੰਦੀ ਛੋੜ ਦਿਵਸ ਫਸਟ ਟੁਕ ਇਨ ਆਟਮ 1619। ਇਹ ਸਾਰੀ ਉਹਨਾਂ ਦੀ ਆਪਣੀ, ਇਹ ਕਿਤੇ ਲਿਖਿਆ ਹੋਇਆ ਨਹੀਂ ਹੈ, ਕਿਤੋਂ ਇੱਧਰੋਂ ਉੱਧਰੋਂ ਸੁਣ ਕੇ ਗੱਲਾਂ ਇਹ ਕਰੀਆਂ ਹੋਈਆਂ ਵੀ ਕੋਈ ਅਕਤੂਬਰ ਨਵੰਬਰ 'ਚ ਗੱਲ ਹੋਈ ਸੀ। ਤਾਂ ਡੇਟ ਚੇਂਜਿਸ ਅਕੋਰਡਿੰਗ ਟੂ, ਫਿਰ ਇੱਕ ਫਿਕਸਡ ਡੇਟ ਦੱਸੋ। ਜਾਂ ਤਾਂ ਜੇ ਫਿਕਸਡ ਡੇਟ ਨਹੀਂ ਹੈਗੀ ਤਾਂ ਫਿਰ ਉਹ ਆਏ ਸਾਲ, ਪਿਛਲੇ ਸਾਲ 26 ਨੂੰ ਸੀ ਉਹੀ ਡੇਟ, ਅਕਤੂਬਰ 'ਚ ਐਤਕੀ ਆ ਰਹੀ ਹੈ 14 ਨੂੰ। ਸਾਡੇ ਇੱਥੇ ਕੰਟਰੀ, ਤੁਹਾਡੇ ਵੀ ਇਹੀ ਹੋਏਗਾ ਜਿਹੜੇ ਪਿੱਛੇ ਚੱਲ ਰਹੇ ਆ। ਸੋ ਉਹ ਕਹਾਣੀ ਆਪਣੇ ਵੀ, ਗੁਰੂ ਅਰਜਨ ਹੈਜ਼ ਬੀਨ ਮਾਰਟਰਡ ਆਲਮੋਸਟ 13 years before and the Mughal authorities are carefully watching the young guru. So when he constructed ਅਕਾਲ ਤਖਤ, ਉਹਨਾਂ ਨੂੰ ਐ ਲੱਗਦਾ ਜਦਕਿ ਅਕਾਲ ਤਖਤ ਦੀ ਕੋਈ ਹਿਸਟਰੀ ਇਹੀ ਜੀ ਹੈ ਹੀ ਨਹੀਂ ਸਾਡੇ ਕੋਲ। ਅਕਾਲ ਤਖਤ ਦੀ ਤਾਂ ਬਹੁਤਾ ਇੰਪੋਰਟੈਂਸ ਅਕਾਲ ਬੁੰਗਾ ਹੁੰਦਾ ਸੀ, ਉੱਥੋਂ ਪਈ ਹੈ। ਔਰ ਇਹ ਐਟ ਦ ਸਟਾਰਟ ਆਫ ਦਾ ਸੈਂਚੁਰੀ ਕੰਮ ਹੋਇਆ, ਪਿਛਲੀ ਸੈਂਚੁਰੀ ਦੇ। ਸੋ ਉਹਨਾਂ ਨੂੰ ਲੱਗਦਾ। ਪਰ ਇੱਕ ਹੋਰ ਈਵੈਂਟ ਜ਼ਰੂਰ ਐਸੋਸੀਏਟਿਡ ਹੈ, ਉਹ ਵੀ ਹਿਸਟੋਰੀਕਲੀ ਸਾਨੂੰ ਦੱਸਿਆ ਹੋਇਆ। ਬੰਦੀ ਛੋੜ ਦਿਵਸ ਮਾਰਕਸ ਦਾ ਸੈਲੀਬ੍ਰੇਸ਼ਨ ਆਫ ਫਰੀडम ਐਂਡ ਇੰਡੀਪੈਂਡੈਂਸ ਵਿਦ ਦ ਰਿਲੀਜ਼ ਆਫ ਗੁਰੂ ਹਰਗੋਬਿੰਦ ਫਰੋਮ ਦਾ ਮੁਗਲ ਪ੍ਰਿਜ਼ਨ। ਅਸੀਂ ਉਹਨਾਂ ਨੂੰ ਕੈਦੀ ਸਮਝਦੇ ਹਾਂ। ਜਿਹੜੇ ਦੀਨ ਦੁਨੀਕਾ ਲਿਖਿਆ ਹੋਇਆ ਪਾਤਸ਼ਾਹ ਹੈਗਾ, ਉਹਨੂੰ ਅਸੀਂ ਕੈਦੀ ਵੀ ਮੰਨਿਆ ਹੋਇਆ। ਐਂ ਤਾਂ ਅਸੀਂ ਗੁਰੂ ਨਾਨਕ ਜੀ ਨੂੰ ਵੀ ਲਿਖਿਆ ਹੋਇਆ ਵੀ ਉਹ ਬਾਬਰ ਦੀ ਕੈਦ ਸੀ, ਫਿਰ ਉਹਦੀ ਦੀਵਾਲੀ ਵੀ ਮਨਾਉਣੀ ਪਏਗੀ ਸਾਨੂੰ। Another event celebrated on this day is ਭਾਈ ਮਨੀ ਸਿੰਘ's ਮਾਰਟਮ ਡੇ। ਉਹਨਾਂ ਦੀ ਹੋ ਸਕਦਾ ਉਹ ਡੇਟ ਹੋਵੇ ਨੇੜੇ ਤੇੜੇ, ਕਿਉਂਕਿ ਦੀਵਾਲੀ ਦਾ ਹੀ ਕੋਈ ਇਕੱਠ ਹੋਣਾ ਸੀ, ਜਿਹਦੇ ਲਈ ਫਿਰ ਉਹਨਾਂ ਨੂੰ ਇਹ ਲੱਗਿਆ ਵੀ ਮੁਗਲ ਹਕੂਮਤ ਜਿਹੜੀ ਉਸ ਸਮੇਂ ਦੀ ਹੈ ਉਹ ਸਿੱਖਾਂ ਨੂੰ ਇਕੱਠਾ ਕਰੇਗੀ ਤੇ ਇਹਨਾਂ ਤੇ ਹਮਲਾ ਕਰੇਗੀ। ਉਹਨਾਂ ਨੇ ਪੜ੍ਹਿਆ ਸੀ ਵੀ ਮਨਾ ਕਰਤਾ ਸੀ। ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਫਿਰ ਜਿਹੜਾ ਟੈਕਸ ਦਾ, ਉਹ ਕਹਿੰਦੇ ਜਦੋਂ ਮੇਲਾ ਹੀ ਨਹੀਂ ਹੋਇਆ ਜਾਂ ਇਕੱਠੇ ਨਹੀਂ ਹੋਇਆ ਤਾਂ ਅਸੀਂ ਟੈਕਸ ਕਰ ਦਈਏ। ਤਾਂ ਉਹਦੇ ਵਿੱਚ ਉਹਨਾਂ ਦੀ ਫਿਰ ਸ਼ਹਾਦਤ ਹੋਈ ਹੈ। ਹੋ ਸਕਦਾ ਵੀ ਇਸ ਸਮੇਂ ਦੀ ਉਹ ਗੱਲ ਹੋਵੇ, ਪਰ ਇਸ ਤਰ੍ਹਾਂ ਜਿਵੇਂ ਅਸੀਂ ਉਹਨੂੰ ਮਨਾਉਂਦੇ ਹਾਂ ਅੱਜ ਕੱਲ੍ਹ, ਉਹ ਨਹੀਂ ਹੈਗਾ ਸਾਡਾ ਮਤਲਬ। ਆਪਾਂ ਪਹਿਲਾਂ ਬੰਦੀ ਸ਼ਬਦ ਦਾ ਅਰਥ ਲੱਭੀਏ ਵੀ ਜਿਹੜੇ ਸਾਡੇ ਟੀਕਾਕਾਰ ਹੈ ਜਾਂ ਪੁਰਾਣੇ ਜੋ ਜਿਵੇਂ ਕਾਂਸੀ ਜੀ ਨਾਭਾ ਜਿਨ੍ਹਾਂ ਨੇ ਸ਼ਬਦ ਕੋਸ਼ ਰਚਿਆ ਹੋਇਆ, ਉਹ ਕਹਿੰਦੇ ਹੈ ਕਿ ਬੰਦਾ ਦਾ ਇਸਤਰੀ ਲਿੰਗ। ਬੰਦੀ ਸ਼ਬਦ ਦਾ ਇੱਕ ਅਰਥ ਹੈਗਾ ਇੱਕ ਬੰਦਾ, ਜਿਵੇਂ ਲੜਕਾ ਲੜਕੀ, ਉਵੇਂ ਬੰਦਾ ਤੇ ਬੰਦੀ। ਇੱਕ ਇਹ ਸ਼ਬਦ ਹੈ ਜਾਂ ਦਾਸੀ ਦੀ ਸੈਂਸ ਵੀ ਆਉਂਦਾ ਹੈ। ਦੂਸਰਾ ਉਹਨਾਂ ਨੇ ਖੋਜਿਆ ਕਿ ਜਦੋਂ ਇਸਤਰੀਆਂ ਦਾ ਇੱਕ ਮਸਤਕ ਭੂਸ਼ਣ ਹੁੰਦਾ ਜਿਹੜਾ ਉਹ ਲਾਉਂਦੇ ਨੇ ਸਿਰ ਤੇ, ਕੋਈ ਲਾਉਂਦੇ ਹੋਣਗੇ। ਫਿਰ ਬੰਦਿਸ਼ ਦੇਖੋ, ਬੰਦਸ, ਬੰਦੀ ਅੰਦਰ ਸਿਫਤ ਕਰਾਏ। ਸੋ ਇਸ ਤਰ੍ਹਾਂ ਦੇ ਗੁਲਾਮੀ ਦੇ ਅਰਥ 'ਚ ਵੀ ਆਉਂਦਾ ਇਹ ਸ਼ਬਦ। ਸੋ ਜਿਵੇਂ ਜਿਵੇਂ ਦਾ ਕੰਟੈਕਸਟ ਹੈ, ਕੈਦੀ ਬੰਧੂਆਂ ਦੀ ਸੈਂਸ 'ਚ ਵੀ ਆਉਂਦਾ, ਜੰਗ ਬੰਦੀ ਮੁਕਤੇ, ਇਹ ਇਸ ਤਰ੍ਹਾਂ ਵੀ ਸ਼ਬਦ ਆਉਂਦਾ ਵੀ ਰੋਕਣਾ, ਜੰਗ ਬੰਦੀ ਹੋ ਗਈ ਹੈ। ਤੇ ਇਸ ਤਰ੍ਹਾਂ ਹੀ ਆਪਾਂ ਅੰਗਰੇਜ਼ੀ 'ਚ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਜੋ ਕੋਸ਼ ਹੈ ਉਹ ਵੀ ਇਹੀ ਦੱਸਦਾ ਹੈ ਵੀ ਇੱਕ ਤਾਂ ਬੰਦੇ ਦਾ ਫੈਮਿਨਾਈਨ ਵਰਡ ਹੈ, ਸਟੋਪੇਜ ਆਫ ਵਾਟਰ ਇਨ ਕੈਨਾਲ, ਉਹਦਾ ਵੀ ਕੋਈ ਜੇ ਪਾਣੀ ਰੁਕ ਜਾਵੇ ਉਹਨੂੰ ਵੀ ਕਹਿੰਦੇ ਬੰਦੀ ਲੱਗ ਗਈ ਹੈ।
It denotes meaning of captive, detained, arrest, detain, prisoner. Also used in the form of noun such as ਜਮਾਬੰਦੀ, ਜਿਹੜੀ ਕੋਈ ਅਸੀਂ ਜਿਹੜੇ ਲੈਂਡ ਨਾਲ ਐਸੋਸੀਏਟਡ ਨੇ, ਜਿਹੜਾ ਲੈਂਡ ਦਾ ਰਿਕਾਰਡ ਹੈ ਉਹਨੂੰ ਜਮਾਬੰਦੀ ਕਿਹਾ ਜਾਂਦਾ। ਪਰ ਇਹ ਸ਼ਬਦ ਫਾਰਸੀ ਦਾ ਉੱਥੋਂ ਆਇਆ ਕਿਉਂਕਿ ਜਿੰਨੇ ਲੈਂਡ ਦੇ ਰਿਕਾਰਡ ਹੈ। ਸੋ ਆਪਾਂ ਨੂੰ ਇੱਕ ਬੇਸਿਕ ਆਈਡੀਆ ਲੱਗਿਆ ਵੀ ਇਹ ਇੱਕ ਫੈਮਿਨਾਈਨ ਵਰਡ ਹੋਏਗਾ। ਇਹਦੇ ਥੋੜੇ ਮੀਨਿੰਗਸ ਜੋ ਹੈ ਉਹ ਅੱਗੇ ਪਿੱਛੇ ਜਿਵੇਂ ਹੋਣਗੇ ਆਪਾਂ ਉਹਨਾਂ ਦਾ ਅੱਜ ਕਰ ਲਾਂਗੇ ਖੋਜ। ਇੱਕ ਸ਼ਬਦ ਹੈ, ਸ਼ਬਦ ਦੀਆਂ ਪੰਕਤੀਆਂ ਚੌਥੇ ਪਾਤਸ਼ਾਹ ਦਾ ਤੁਖਾਰੀ ਰਾਗ ਵਿੱਚ ਤਾਂ ਬਾਣੀ ਬਹੁਤ ਘੱਟ ਹੈ, ਇੱਕ ਤਾਂ ਗੁਰੂ ਨਾਨਕ ਜੀ ਦਾ ਹੀ 12ਵਾਂ ਹੈ। ਇੱਥੇ ਇੱਕ ਪਰਬ ਪੁਰਬ ਦੀ ਗੱਲ ਹੋਈ ਹੈ ਜਿਹਨੂੰ ਅਸੀਂ ਗੁਰਪੁਰਬ ਕਹਿੰਦੇ ਆ। ਉਹ ਹੈ ਕੀ ਅਸਲ ਵਿੱਚ? ਗੁਰਬਾਣੀ ਵਿੱਚ ਇਹਦੀ ਐਕਸਪਲੇਨੇਸ਼ਨ ਹੈ। ਉਹ ਕਹਿੰਦੇ ਨਾਵਣ ਪੁਰਬ ਅਭੀਚ ਗੁਰ ਸਤਗੁਰ ਦਰਸ ਭਇਆ, ਦੁਰਮਤੀ ਮੈਲ ਹਰੀ ਅਗਿਆਨ ਅੰਧੇਰ ਗਿਆ, ਗੁਰ ਦਰਸ ਪਾਇਆ ਅਗਿਆਨ ਗਵਾਇਆ, ਅੰਤਰ ਜੋਤ ਪ੍ਰਗਾਸੀ, ਜਨਮ ਮਰਨ ਦੁੱਖ ਖਿਨ ਮਹਿ ਬਿਨਸੇ, ਹਰੀ ਪਾਇਆ ਪ੍ਰਭ ਅਬਨਾਸੀ। ਹੁਣ ਸਭ ਤੋਂ ਪਹਿਲਾਂ ਆਪਾਂ ਇਹ ਤੋਂ ਅਗਲਾ ਆਪਣਾ ਕੰਟੈਕਸਟ ਨਾਵੇਂ ਹੋਏਗਾ। ਉਹ ਗੱਲ ਦਾ ਜ਼ਿਕਰ ਇੱਥੇ ਆ ਗਿਆ ਕਿ ਸਭ ਤੋਂ ਪਹਿਲਾਂ ਨਾਵੇਂ ਚਾਹੀਦਾ ਸਾਨੂੰ। ਇੱਥੇ ਉਹਨਾਂ ਨੇ ਨਾਵਣ ਵਰਤ ਲਿਆ ਅੱਖਰ। ਨਾਵੇਂ ਤੋਂ ਅੱਗੇ ਗੁਰਮਤ ਦਾ ਫੇਰ ਸਾਰਾ ਜੋ ਚੈਪਟਰ ਹੈ ਉਹ ਖੁੱਲਦਾ। ਜਿਨ੍ਹਾਂ ਕੋਲ ਨਾਵੇਂ ਹੈਗਾ ਉਹਨਾਂ ਦੇ ਅੰਦਰ ਅੰਦਰ ਅਬ ਭੀਚ ਵਰਡ ਹੈ। ਅਬ ਹੁੰਦੀ ਹੈ ਜੋਤ। ਉਹਨਾਂ ਦੇ ਅੰਦਰ ਕਹਿਣ ਦਾ ਮਤਲਬ ਘਟ ਵਿੱਚ ਕੁਛ ਘਟ ਰਿਹਾ। ਉਹ ਪੁਰਬ ਜਿਹੜਾ ਹੈ ਉਹ ਘਟ ਦੇ ਵਿੱਚ ਹੋਣਾ, ਹੋਰ ਬਾਹਰ ਨਹੀਂ ਹੋ ਸਕਦਾ ਉਹ, ਕਿਉਂਕਿ ਉਹਦਾ ਰਿਸ਼ਤਾ ਹੀ ਨਾਮ ਨਾਲ ਹੈ। ਸੋ ਨਾਵੇਂ ਤੋਂ ਪੁਰਬ ਸ਼ੁਰੂ ਹੋਣਾ ਹੈ। ਪੁਰਬ ਹੁੰਦਾ ਹੈ ਖਾਸ ਦਿਨ, ਖਾਸ ਸਮਾਂ ਕੋਈ ਅੰਦਰ ਜਿਹੜੀ ਤੁਹਾਡੀ ਜਦੋਂ ਸੁਰਤ ਜਿਹੜੀ ਹੈ ਉਹ ਉਲਟ ਕੇ ਮੂਲ ਦੇ ਨਾਲ ਵਿਚਾਰ ਕਰਨਾ ਚਾਹੁੰਦੀ ਹੈ। ਚਾਹੀਦਾ ਕੀ ਹੈ ਉਹਦੇ ਲਈ? ਨਾਵਣ ਕਿੱਥੋਂ ਆਉਂਦਾ? ਗੁਰਪ੍ਰਸਾਦ ਚੋਂ ਆਉਂਦਾ। ਗੁਰਬਾਣੀ ਵਿੱਚ ਨਾਵਣ ਹੈਗਾ। ਉਹਦੇ ਨਾਲ ਕੀ ਹੁੰਦਾ ਵੀ ਜੇ ਕੋਈ ਉਹ ਨਾਵਣ ਨੂੰ ਬੁੱਝ ਲਵੇ ਔਰ ਮੰਨ ਲਵੇ, ਫਿਰ ਸਤਿਗੁਰ ਦਾ ਦਰਸ ਹੈ। ਗੁਰਬਾਣੀ ਦੁਆਰਾ ਸਤਿਗੁਰ ਦਾ ਦਰਸ ਹੋ ਜਾਂਦਾ। ਦਰਸ ਦਾ ਭਾਵ ਉਹਦੀ ਕੋਈ ਮੂਰਤ ਤਾਂ ਹੈ ਨਹੀਂ, ਸਮਝ ਆ ਜਾਂਦੀ ਹੈ। ਜਿਹੜਾ ਭਰਮ ਹੈ ਉਹ ਘਟੀ ਜਾਂਦਾ। ਜਿਉਂ ਭਰਮ ਦੂਰ ਹੋ ਜਾਂਦਾ ਉਹਨਾਂ ਉਹਨਾਂ ਸਤਿਗੁਰ ਦਾ ਦਰਸ ਹੋ ਜਾਂਦਾ। ਉਹਨੂੰ ਰੋਕਿਆ ਕਿਹਨੇ ਹੋਇਆ ਸੀਗਾ? ਦਰਸ ਨੂੰ ਦੁਰਮਤ ਨੇ ਰੋਕਿਆ ਸੀ। ਸਭ ਤੋਂ ਵੱਡਾ ਔਗਣ ਸਾਡਾ ਦੁਰਮਤ ਹੈ। ਦੁਰਮਤ ਦੀ ਮੈਲ ਜੇ ਹਰੀ ਜਾਏ, ਕਿਉਂਕਿ ਜਿੱਦਣ ਦੇ ਆਪਾਂ ਆਏ ਆ ਆਪਾਂ ਦੁਰਮਤ ਇਕੱਠੀ ਕੀਤੀ ਹੈ। ਗੁਰਮਤ ਦਾ ਤਾਂ ਆਪਾਂ ਨੂੰ ਕਦੇ ਕਦੇ ਕੋਈ ਝਲਕ ਮਿਲ ਜਾਂਦੀ ਹੈ, ਨਹੀਂ ਦੁਰਮਤ ਦੀ ਉਹ ਕਹਾਣੀ ਚੱਲੀ ਹੈ। ਦੁਰਮਤ ਕਰਕੇ ਅਗਿਆਨ ਹੈ। ਕਿਸੇ ਨੇ ਉਹ ਦੁਰਮਤ ਪ੍ਰਚਾਰਤੀ, ਪੰਡਿਤ ਨੇ ਖਾਸ ਕਰ, ਜਾਂ ਕਿਸੇ ਕਾਜੀ ਨੇ ਜਾਂ ਕਿਸੇ ਜੋਗੀ ਨੇ, ਉਹ ਫਿਰ ਭਗਤਾਂ ਨੇ ਉਹ ਦੁਰਮਤ ਦੂਰ ਕੀਤੀ ਹੈ। ਅੰਧੇਰ ਗਿਆ, ਇਹ ਅੰਧੇਰ ਕੋਈ ਐਗਜ਼ਾਮਪਲ ਹੈ ਵੀ ਜਿੱਥੇ ਚਾਨਣ ਹੋ ਗਿਆ ਉਹ ਜਗ੍ਹਾ ਤੋਂ ਅੰਧੇਰ ਚਲੇ ਜਾਂਦਾ ਭਾਈ। ਗੁਰਦਰਸ ਪਾਇਆ, ਉਹ ਗੁਰਬਾਣੀ ਗੁਰਮਤ ਦੁਆਰਾ ਹੀ ਦਰਸ ਪਾਇਆ, ਉਹ ਹੋਰ ਕੋਈ ਸੋਰਸ ਨਹੀਂ ਹੈ। ਇਹ ਜਿਹੜਾ ਗੁਰਪ੍ਰਸਾਦ ਹੈ ਇਹ ਆਪਾਂ ਨੂੰ ਇਸੇ ਲਈ ਦਿੱਤਾ ਵੀ ਸਾਨੂੰ ਆਪਣੇ ਸਤਿਗੁਰ ਦਾ ਦਰਸ ਹੋ ਜਾਵੇ, ਸਾਡਾ ਰਾਮ ਦੇ ਨਾਲ ਏਕਾ ਹੋ ਜਾਵੇ। ਅਗਿਆਨ ਗਵਾਇਆ, ਅਗਿਆਨ ਕਿਹਨੂੰ ਸੀ? ਅਗਿਆਨ ਅਵਘਟ ਚ ਸੀ। ਗੁਰ ਜਿਹੜਾ ਉਹਨੇ ਉਹ ਅਗਿਆਨ ਤੋਂ ਮਨ ਨੂੰ ਫੇਰ ਕੇ ਆਪਣੇ ਘਟ ਚ ਸੁਰਤ ਨੂੰ ਸਥਾਪਿਤ ਕਰਤਾ। ਅੰਤਰੀ ਜੋਤ ਪ੍ਰਗਾਸੀ, ਉਹੀ ਜਿਹੜੀ ਜੋਤ ਸੀ ਮਨ ਤੋਂ ਜੋ ਸਰੂਪ ਹੈ ਉਹ ਅੰਤਰ ਵਾਲੇ ਜਿਹੜੀ ਹਨੇਰੇ ਵਾਲੀ ਸੀ ਉਹਦੇ ਅੰਦਰ ਪ੍ਰਗਾਸ ਹੋਇਆ। ਪ੍ਰਕਾਸ਼ ਨਹੀਂ ਹੁੰਦਾ ਕਿਉਂਕਿ ਪ੍ਰਕਾਸ਼ ਇੱਕ ਫਿਜ਼ੀਕਲ ਚੀਜ਼ ਹੈ। ਪ੍ਰਗਾਸ ਹੁੰਦਾ ਜਦੋਂ ਗਿਆਨ ਲੈ ਲਿਆ ਜਾਂਦਾ, ਗਿਆਨ ਪੂਰਾ ਹੋ ਗਿਆ ਉਹ ਪ੍ਰਗਾਸੀ ਗਈ। ਜਨਮ ਮਰਨ ਦੁੱਖ ਖਿਨ ਮਹਿ ਬਿਨਸੇ, ਹੁਣ ਆਹ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ। ਇਹ ਜਦੋਂ ਤੱਕ ਚਾਰ ਪਦਾਰਥ ਨਹੀਂ ਮਿਲਦੇ ਜਨਮ ਮਰਨ ਨਹੀਂ ਜਾਂਦਾ। ਖਿਨ ਮਹਿ ਬਿਨਸੇ, ਕਿਉਂਕਿ ਜਦੋਂ ਪ੍ਰਕਾਸ਼ ਹੋ ਗਿਆ ਉਹ ਦੋ ਪਦਾਰਥ ਤੋਂ ਚਾਰ ਪਦਾਰਥ ਮਿਲ ਗਏ। ਹਰੀ ਪਾਇਆ ਪ੍ਰਭ। ਹੁਣ ਅਬਨਾਸੀ, ਪ੍ਰਭ ਕਹਿਣ ਦਾ ਭਾਵ ਹੁਣ ਸ਼ਬਦ ਦੇ ਸੁਰਤ ਸਮਾ ਗਈ ਹੈ। ਆਪ ਵੀ ਅਬਨਾਸੀ ਹੋ ਗਿਆ, ਅਬਨਾਸੀਆਂ ਦੇ ਨਾਲ ਰਹਿਣ ਲੱਗ ਗਿਆ। ਸੋ ਸ਼ਬਦ ਔਰ ਜੋਤ ਇੱਕੇ ਰੂਪ ਚ ਹੈ। ਸ਼ਬਦ ਵੀ ਜਿਹੜਾ ਹੈਗਾ ਉਹ ਪੂਰਨ ਬ੍ਰਹਮ ਹੋ ਕੇ ਉਹ ਅਬਨਾਸੀ ਹੋ ਜਾਂਦਾ ਹੈ। ਅਬਨਾਸੀ ਫਿਰ ਸ਼ਬਦ ਜਿਹੜਾ ਹੈ ਜਿਹੜਾ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਉਹਦੇ ਨਾਲ ਦਾ ਤਾਲਮੇਲ ਹੈਗਾ। ਹੁਣ ਆਪਾਂ ਬੰਦਾ ਸ਼ਬਦ ਸਮਝੀਏ ਕਿਉਂਕਿ ਬੰਦਾ ਦਾ ਹੀ ਜੋ ਫੈਮਿਨਾਈਨ ਆ ਉਹ ਬੰਦੀ ਹੈ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ।
ਹੁਣ ਇੱਕ ਵਰਡ ਆ ਗਿਆ ਬੜਾ ਸਪੈਸ਼ਲ, ਵਕਤ। ਵੀ ਇਹ ਵਕਤ ਕੀ ਚੀਜ਼ ਹੁੰਦੀ ਹੈ, ਆਪਾਂ ਇਹਦਾ ਵੀ ਵਿਸਤਾਰ ਗੁਰੂ ਨਾਨਕ ਜੀ ਤੋਂ ਹੀ ਲਵਾਂਗੇ। ਇਹ ਸਾਰੇ ਸ਼ਬਦ ਅੱਜ ਜ਼ਿਆਦਾਤਰ ਆਪਾਂ ਜਿੰਨੇ ਪੜਾਂਗੇ ਗੁਰੂ ਨਾਨਕ ਜੀ ਦੇ ਹੀ ਆ। ਕਿਸੇ ਨਾਲ ਜਿਹਦੇ ਨਾਲ ਗੱਲ ਹੋ ਰਹੀ ਹੈ ਉਹ 5 ਵਕਤ ਕੁਝ ਕਰਦਾ ਹੈ, ਉਹਨਾਂ ਨੂੰ ਦੱਸਿਆ ਵੀ ਕਿਆ ਤੁਸੀਂ ਕੋਈ ਅੱਖਰ ਰਟਦੇ ਹੋ, ਕੋਈ ਫਰੇਜ਼ ਰਟੀ ਜਾਂਦੇ ਹੋ, ਕੁਝ ਵਿਚਾਰਦੇ ਵੀ ਹੋ। ਜੇ ਤੁਸੀਂ ਬੰਦਾ ਬਣਨਾ ਹੈਗਾ, ਜੇ ਮੁਰੀਦ ਬਣਨਾ ਹੈਗਾ ਤਾਂ ਵਿਚਾਰ ਦੀ ਲੋੜ ਹੈ। ਉਹ ਵਕਤ ਵਿੱਚ ਇਕੱਲਾ ਜਾ ਕੇ ਤੁਸੀਂ ਆਪਣਾ ਕੋਈ ਅੱਖਰ ਜਾਂ ਕੋਈ ਜੋ ਤੁਹਾਨੂੰ ਸਮਝਾਇਆ ਹੈ ਉਹੀ ਨਹੀਂ ਰੱਟ ਕੇ ਮੁੜ ਆਉਣਾ, ਤੁਸੀਂ ਉਹ ਵਿਚਾਰਨਾ ਹੈ। ਗੱਲ ਨੂੰ ਹੈ ਕਿ ਵਿਚਾਰ ਉਹ ਕਹਿੰਦੇ ਇੱਥੇ ਕੁ ਹੋਏਗੀ। ਇੱਥੇ ਗੁਰੂ ਨਾਨਕ ਜੀ ਨੇ ਦੱਸਿਆ ਵੀ ਨਵਾਜ਼ ਹੁੰਦੀ ਕੀ ਹੈ। ਇਹ ਸ਼ਾਇਦ ਇਸਲਾਮ ਵਾਲਿਆਂ ਨੂੰ ਤਾਂ ਇਸ ਗੱਲ ਦਾ ਆਈਡੀਆ ਵੀ ਨਾ ਹੋਵੇ। ਜੇ ਆਪਾਂ ਉਹਨਾਂ ਨੂੰ ਦੱਸਦੇ ਹਾਂ, ਉਹ ਕਹਿੰਦੇ ਨਹੀਂ ਨਹੀਂ, ਸਾਨੂੰ ਨਹੀਂ ਇਹ ਦੱਸਿਆ ਹੋਇਆ। ਕਿਉਂਕਿ ਇਹ ਗੱਲ ਜੋ ਹੈ ਇਹ ਅਸਲੀ ਮੁਸਲਮਾਨ ਹੋਣ ਦੀ ਗੱਲ ਹੈਗੀ ਹੈ। ਸੋ 5 ਨਿਵਾਜ਼ਾਂ ਕਹਿੰਦੇ ਵੀ 5 ਨਿਵਾਜ਼ਾਂ ਮੰਨੀਆਂ ਹੋਈਆਂ। ਆਹ ਜਿਹੜਾ ਵਰਡ ਹੈਗਾ ਨਾ 5, ਇਹ ਸਪੈਸ਼ਲ ਹੈ। ਇਹ 5 ਲਈ ਇਹੀ ਲਿਖਿਆ ਜਾਏਗਾ। ਜੱਜੇ ਨੂੰ ਸ਼ਹਿਰੀ 5 ਸਾਡਾ ਇੱਧਰ ਦਾ ਸ਼ਬਦ ਹੈ, ਜਿਹਨੂੰ ਆਪਾਂ ਹੁਣ ਪੰਜਾਬ ਕਹਿੰਦੇ ਨਿਵਾਜ਼ਾਂ। ਜੱਜੇ ਨੂੰ ਲੱਗੇਗਾ 5 ਵਕਤ ਹੈ ਕੋਈ, ਉਹ ਉਹਨਾਂ ਦੀ ਉਹ ਗੱਲ ਕਰ ਰਹੇ ਆ। 5 ਦੇ 5 ਉਹਨਾਂ ਨੇ 9 ਰੱਖੇ। 9 ਗੁਰੂ ਨਾਨਕ ਜੀ ਨੇ ਡਿਸਕਸ ਨਹੀਂ ਕੀਤੇ। ਹਾਂ, ਅਵਸਥਾ ਜੋ ਹੋਣੀ ਚਾਹੀਦੀ ਹੈ ਵੀ ਜਿਹਨੇ ਨਮਾਜ਼ ਪੜ੍ਹਨੀ ਹੈ ਪਹਿਲਾਂ ਉਹਨੂੰ ਸੱਚ ਦਾ ਇਲਮ ਹੋਣਾ ਚਾਹੀਦਾ। ਪਹਿਲੀ ਨਮਾਜ਼ ਦੇ ਸਮੇਂ, ਜਦ ਕਿ ਪਹਿਲਾ ਲਿਖਿਆ, ਇੱਥੇ ਪਹਿਲੀ ਨਹੀਂ ਲਿਖਿਆ। ਸੱਚ ਜਿਹੜਾ ਆਦਿ ਸੱਚ ਹੈ, ਸਮਾਉਣਾ ਉਹਦੇ ਚ ਹੈ। ਦੂਸਰਾ ਸਮਾਉਣਾ ਕੀ ਨਹੀਂ ਹੈ, ਸਮਾਉਣ ਲਈ ਉਹਦੀ ਹਰਕਤ ਕੀ ਹੈ। ਸੱਚ ਸਮਾਉਣ ਲਈ ਹਲਾਲ ਕਰਨਾ ਪੈਂਦਾ ਇਹਦਾ ਮਨ ਦਾ। ਉਹ ਹਲਾਲ ਨਹੀਂ ਜਿਹੜਾ ਇਹਨਾਂ ਨੇ ਮੰਨਿਆ ਹੋਇਆ ਹੈ। ਇਹ ਹਲਾਲ ਨਿਰਾਕਾਰੀ ਚੀਜ਼ ਹੈ। ਸੋ ਆਹ ਹਲਾਲ ਜਿਹੜਾ ਹੈਗਾ, ਇਹਦੇ ਬਾਰੇ ਲਿਖਿਆ ਹੋਇਆ ਸ਼ਬਦ ਸੱਚ ਕੀ ਗਾਤੀ, ਸੱਚ ਸਭ ਸਾਰ, ਘਾੜ ਤੇ ਇਸकी ਅਪਰਪਾਰ। ਉੱਥੇ ਅੱਗੇ ਲਿਖਿਆ ਤਿਸਕਾ ਕੁੱਠਾ ਹੋਵੇ ਸ਼ੇਖ। ਆਪਾਂ ਸ਼ੇਖ ਕਹਿੰਦੇ, ਵੈਸੇ ਸ਼ੇਖ ਕਹਿਣਾ ਚਾਹੀਦਾ। ਉਹ ਫਰੀਦ ਜੀ ਉਹਦੇ ਨਾਲ ਇਕੱਠੇ ਹੋਏ ਸੀ ਤਾਂ ਉਹਨਾਂ ਦੀ ਬਾਣੀ ਆਈ ਹੈ, ਹੋਰਾਂ ਦੀ ਨਹੀਂ ਆ ਸਕੀ। ਜੇ ਸਦਨਾ ਜੀ ਵੀ ਸੀ, ਕਬੀਰ ਜੀ ਦੇ ਵੀ ਪਿੱਛੇ ਆਪਣੇ 10 ਮਿੰਟ ਹੈਗੇ ਆ, ਅਜੇ ਆਪਾਂ ਕੰਟੀਨਿਊ ਰੱਖਦੇ ਹਾਂ। ਸੋ ਤੀਜਾ ਖੈਰ ਖੁਦਾਏ, ਫਿਰ ਤੈਨੂੰ ਅਕਲ ਆਏਗੀ ਜਦ ਹਲਾਲ ਹੋ ਗਿਆ ਵੀ ਮੰਗਣਾ ਕੀ ਹੈ। ਹੁਣ ਤਾਂ ਤੂੰ ਖਬਰੇ ਕੀ ਕੀ ਮੰਗੀ ਜਾਂਦਾ। ਚੌਥੀ ਨੀਅਤ ਰਾਸ ਮਨ। ਹੁਣ ਚੌਥੀ ਜੇ ਤੱਕ ਪਹੁੰਚੇਗਾ ਤਾਂ ਮਨ ਦੇ ਵਿੱਚ ਬਿਲਕੁਲ ਸਫਾਈ ਹੋ ਜਾਣੀ ਚਾਹੀਦੀ ਹੈ। ਇਹ ਰਾਸ, ਨੀਅਤ ਰਾਸ ਹੋ ਜਾਣੀ ਚਾਹੀਦੀ ਮਨ ਦੀ। ਫਿਰ 5ਵੀਂ ਜਿਹੜੀ ਤੁਸੀਂ ਮੰਨੀ ਹੋਈ ਹੈ ਉਹਦੇ ਚ ਸਿਫਤ ਸੁਨਾਏ ਹੈ, ਜਿਹਨੂੰ ਕਹਿੰਦੇ ਸਿਫਤ ਸਲਾਹ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇੱਥੇ ਸੁਨਾਏ ਲਿਖਿਆ। ਇਸ ਤਰ੍ਹਾਂ ਦਾ ਇੱਕ ਪ੍ਰੋਸੈਸ ਹੈਗਾ ਵਕਤ ਵਿਚਾਰ ਕੇ ਬੰਦਾ। ਕਿਉਂਕਿ ਬੰਦਾ ਸ਼ਬਦ ਆਉਂਦਾ ਹੀ ਆਪਾਂ ਕਹਿ ਦਈਏ ਫਾਰਸੀ ਚੋਂ ਆਏ, ਉਹਨਾਂ ਉਸ ਭਾਸ਼ਾ ਦਾ ਹੈਗਾ। ਪਰ ਕਿਉਂਕਿ ਵੇਦ ਦੀ ਭਾਸ਼ਾ ਸਾਂਝੀ ਹੈ, ਉਹਨਾਂ ਨੂੰ ਵੀ ਉਪਦੇਸ਼ ਦੇ ਦਿੱਤਾ। ਫਿਰ ਕਹਿੰਦੇ ਕਰਨੀ ਕਲਮਾ ਆਖ ਕੇ, ਜੇ ਤੇਰੀ ਆ ਕਰਨੀ ਹੈ ਤਾਂ ਤੂੰ ਕਲਮਾ ਆਖ ਰਿਹਾ, ਨਹੀਂ ਤੂੰ ਕੁਛ ਮੂੰਹ ਕਾ ਕਹਿਆ ਵਾਉਈ ਹੈ ਤਾਂ ਮੁਸਲਮਾਨ ਸਦਾਏ। ਕਿਹੜੀ ਮੱਤ ਹੈ ਜਿਹੜੀ ਕਿ ਕਿਸੇ ਐਡੀ ਵੱਡੀ ਮੱਤ ਨੂੰ ਕਹੇ ਕਿ ਇੱਥੇ ਖੜਾ ਹੋਏਗਾ ਤਾਂ ਮੁਸਲਮਾਨ ਹੋਏਗਾ। ਸਾਡੇ ਲਈ ਵੀ ਇਹੀ ਲੱਗੇਗਾ ਰੂਲ, ਕਿਉਂਕਿ ਜਿਹਨੇ ਆਪਣਾ ਮਾਣ ਹੀ ਮਸਲ ਲਿਆ ਉਹ ਤਾਂ ਗੁਰਮੁਖ ਹੈ। ਫਿਰ ਉਹਨੂੰ ਮੁਸਲਮਾਨ ਕਹਿ ਲਓ, ਗੁਰਮੁਖ ਕਹਿ ਲਓ, ਸੰਤ ਕਹਿ ਲਓ, ਇੱਕ ਤਾਂ ਇੱਕੇ ਗੱਲ ਹੈ ਉਹ। ਇਹ ਆਪਾਂ ਬੰਦਾ ਸ਼ਬਦ ਦੇ ਅਰਥ ਕੀਤੇ ਆ ਵੀ ਬੰਦਾ ਸ਼ਬਦ ਵਕਤ ਨਾਲ ਕਿਵੇਂ ਜੋੜਿਆ, ਦਿਉੜਿਆ ਗੁਰੂ ਨਾਨਕ ਜੀ ਨੇ। ਨੇੜੇ ਨੇੜੇ ਆ ਉਹ ਸ਼੍ਰੀ ਰਾਗ ਦਾ ਸ਼ਬਦ ਹੈਗਾ। ਸ੍ਰੀ ਰਾਗ ਇਹ ਵਾਰ ਮਾਂਝ ਕੀ ਹੈ, ਦੋਹੇ ਉਹਨਾਂ ਦੀਆਂ ਹੀ ਰਚਨਾਵਾਂ। ਅੱਗੇ ਫੇਰ ਉਹ ਦੱਸਦੇ ਆ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਹੁਣ ਜਿਹੜੇ ਬੰਦੀ ਦੇ ਅੰਦਰ ਆ ਗਏ, ਜਿਨ੍ਹਾਂ ਨੇ 5 ਨਮਾਜ਼ਾਂ ਕਰ ਲਈਆਂ, ਉਹੀ ਸਿਫਤ ਵਰਡ ਇੱਥੇ ਜੁੜ ਰਿਹਾ। ਜਿਸਨੂੰ ਬਖਸ਼ੇ ਸਿਫਤ ਸਲਾਹ। ਸਿਫਤ ਅਸਲ ਚ ਕਰੇ ਹੋ ਸਕਦਾ। ਇੱਕ ਸਿਫਤੀ ਹੁੰਦਾ ਜਿਹਦੀ ਸਿਫਤ ਕਰੀ ਜਾਂਦੀ ਹੈ, ਇੱਕ ਸਿਫਤ ਕਰਨ ਵਾਲਾ ਹੁੰਦਾ। ਸੋ ਇਹ ਦੋਹੇ ਵਰਡ ਜਿਹੜੇ ਆ ਇੱਥੋਂ ਇੱਥੇ ਜੁੜਦੇ ਆ ਦੋਨੋਂ ਸ਼ਬਦ। 5ਵੀਂ ਤੇ ਸਿਫਤ ਸੁਨਾਏ ਹੋਣੀ ਹੈ। ਸੋ 5ਵੀਂ ਤੱਕ ਤਾਂ ਹੁਕਮ ਦੀ ਪੂਰੀ ਸਮਝ ਆ ਜਾਂਦੀ ਕਿ ਉਹ ਤਾਂ ਪਹਿਲਾ ਸੱਚ ਆ ਗਿਆ ਸੀ। ਸੋ ਬੰਦੀ ਦਾ ਮਤਲਬ ਹੁਕਮ ਹੈ। ਜਿਹੜੇ ਆਪਣੇ ਆਪ ਨੂੰ ਉਸ ਬੰਦਿਸ਼ ਚ ਰੱਖਦੇ ਆ ਹੁਕਮ ਦੀ ਚ, ਉਹੀ ਸਿਫਤ ਕਰ ਸਕਦੇ ਆ। ਉਹਨਾਂ ਨੂੰ ਬੰਦਾ ਕਿਹਾ ਜਾਂਦਾ, ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ। ਜੇ ਅਜੇ ਹੁਕਮ ਦਾ ਹੀ ਨਹੀਂ ਪਤਾ,
ਜੇ ਇਹੀ ਪਤਾ ਵੀ ਮੁਹੰਮਦ ਇਜ਼ ਦਾ ਲਾਸਟ ਮੈਸੇਂਜਰ ਐਂਡ ਅੱਲਾ ਇਜ਼ ਦੀ ਓਨਲੀ ਨਾਮ, ਮੈਨੂੰ ਨਹੀਂ ਲੱਗਦਾ ਇਹਦੇ ਨਾਲ ਕਾਰਜ ਪੂਰਾ ਹੋ ਸਕਦਾ। ਸੋ ਇਹ ਭਗਤਾਂ ਦਾ ਉਪਦੇਸ਼ ਹੈ, ਸਾਰੀਆਂ ਮੱਤਾਂ ਨੂੰ ਗੁਰਬਾਣੀ ਦਾ ਉਪਦੇਸ਼ ਹੈ। ਜਿੰਨਾ ਰਾਸ਼ੀ ਨਾ ਸੱਚ ਹੈ ਕਿਉਂ ਤੇਨਾ ਸੁਖ ਹੋਈ। ਪਹਿਲਾਂ ਤਾਂ ਰਾਸ਼ੀ ਚਾਹੀਦੀ ਹੈ, ਰਾਸ਼ੀ ਚਾਹੀਦੀ ਹੈ, ਜਿਹੜਾ ਆਪਾਂ ਪਿੱਛੇ ਸ਼ਬਦ ਕੀਤਾ ਸੀ, ਜੇ ਰਾਸ਼ੀ ਨਹੀਂ ਤਾਂ ਅਭੀਚ ਪਰਬ ਨਹੀਂ ਹੋ ਰਿਹਾ। ਸੋ ਅਭੀਚ ਲਈ ਰਾਸ਼ੀ ਚਾਹੀਦੀ ਹੈ। ਰਾਸ਼ੀ ਜੋ ਹੈ ਉਹ ਵੇਦ ਮੱਤ ਕੋਲ ਹੈ, ਤੇ ਉਹ ਜੇ ਰਾਸ਼ੀ ਨਹੀਂ, ਉਹ ਕਹਿੰਦੇ ਸੁਖ ਸਾਗਰ ਵਿੱਚ ਨਿਵਾਸ ਕਿਸੇ ਦਾ ਹੋ ਹੀ ਨਹੀਂ ਸਕਦਾ। ਚਾਰ ਪਦਾਰਥ ਵਾਲੀ ਗੱਲ ਹੀ ਨਹੀਂ ਹੋ ਸਕਦੀ, ਕਿਉਂਕਿ ਆਹ ਸੁਖ ਜੋ ਹੈਗਾ ਤੇ ਔਂਕੜ ਲੱਗਿਆ। ਉਹਨਾਂ ਨੂੰ ਫਿਰ ਅੱਗੇ ਸ਼ਬਦ ਸੁਰਤ ਦਾ ਮੇਲ ਹੈ, ਉਹ ਫਿਰ ਸਾਨੂੰ ਦੱਸਦੇ ਆ ਵੀ ਹੋ ਕੀ ਰਿਹਾ। ਹੁਣ ਆਪਾਂ ਦੇਖੀਏ ਵੀ ਇਸੇ ਸ਼ਬਦ ਦੀ ਥੋੜੀ ਜਿਹੀ ਹੋਰ ਆਪਾਂ ਖੁਲਾਸਾ ਕਰ ਲੈਂਦੇ ਹਾਂ, ਇਹਦੇ ਚ ਆਪਾਂ ਨੂੰ ਹੋਰ ਸਮਝ ਆ ਜਾਏਗਾ। ਜਗ ਬੰਦੀ ਮੁਕਤੇ ਹੋ ਮਾਰੀ, ਜਗ ਗਿਆਨੀ ਵਿਰਲਾਚਾਰੀ। ਜਗ ਜਗ ਪੰਡਤ ਵਿਰਲਾ ਵਿਚਾਰੀ, ਬਿਨ ਸਤਿਗੁਰ ਭੇਟੇ ਸਭ ਫਿਰੇ ਅਹੰਕਾਰੀ। ਹੁਣ ਇਹਦੇ ਵਿੱਚ ਬੜੀ ਇੱਕ ਵਿਰਲਾ ਸ਼ਬਦ ਦੀ ਇੰਨੀ ਸੁਚੱਜੀ ਵਰਤੋਂ ਹੈ ਵੀ ਜੇ ਆਪਾਂ ਉਹਨੂੰ ਸਹੀ ਨਹੀਂ ਵਰਤਦੇ ਤਾਂ ਅਰਥ ਕੁਛ ਹੋਰੇ ਹੋ ਜਾਣਗੇ। ਜੱਗ ਵਿੱਚ ਹੈ ਬੰਦੀ, ਬਾਹਰ ਤਾਂ ਬੰਦੀ ਹੈ ਹੀ ਨਹੀਂ। ਜਿਹੜਾ ਜੰਤ ਨਾਲ ਜੁੜਿਆ ਹੋਇਆ ਉਹ ਬੰਦਿਸ਼ ਹੈ, ਜਿਹਦੇ ਚ ਅਵਘਟ ਹੈ ਉਹ ਫਸਿਆ ਹੋਇਆ। ਅਵਘਟ ਕਰਕੇ ਬੰਦੀ ਹੈ। ਮੁਕਤੇ ਨੇ ਕੀ ਕੀਤਾ, ਉਹਨੇ ਆਪਣਾ ਅਵਘਟ ਤੋਂ ਘਟ ਚਲੀ ਜਾਂਦੀ ਹੈ ਸੁਰਤ, ਪੂਰੀ ਹੋ ਮਾਰੀ ਗਈ, ਤਾਂ ਉਹ ਮੁਕਤ ਹੈ, ਕਿਉਂਕਿ ਉਹਦੇ ਕੋਲ ਦੋ ਪਦਾਰਥ ਹੈ ਜੀ। ਜਗ ਗਿਆਨੀ, ਜਗ ਦੇ ਸਿਆਰੀ ਲੱਗੀ ਹੈ, ਵਿਰਲਾ ਨਾਲ ਪੜ੍ਹਨਾ ਪਏਗਾ। ਜਗ ਗਿਆਨੀ ਵਿਰਲਾ, ਜਗ ਵਿੱਚ ਕੋਈ ਵਿਰਲਾ ਵਿਰਲਾ ਗਿਆਨੀ ਹੁੰਦਾ, ਬਾਕੀ ਕੀ ਹੁੰਦੇ ਹੈ ਆਚਾਰੀ। ਬਾਕੀ ਤਾਂ ਸਾਰੇ ਫਾਰਮੈਲਿਟੀਆਂ ਕਰਦੇ ਆ, ਆਪਾਂ ਵੀ ਸ਼ਹਿਰ ਹੋਣਾ ਚਾਹੀਏ ਅਜੇ ਤੱਕ, ਕਿਉਂਕਿ ਕੋਟ ਮੱਦੇ ਕੋ ਵਿਰਲਾ ਸੇਵਕ ਵੀ ਕਿਹਾ ਹੋਇਆ, ਉਹੀ ਵਿਰਲਾ ਹੈਗਾ। ਹੋਰ ਸਭੇ ਵਿਵਹਾਰੀ, ਉਹ ਆਚਾਰੀ ਕਹਿ ਲੋ, ਬਿਹਾਰੀ ਕਹਿ ਲੋ। ਫਿਰ ਕਹਿੰਦੇ ਜੱਗ ਚ ਪੰਡਿਤ ਹੈ, ਜੱਗ ਚ ਪੰਡਿਤ ਬੜੇ ਲੱਭਣਗੇ ਆਪਾਂ ਨੂੰ, ਪੰਡਤਾਈ ਵਾਲੇ। ਵਿਰਲਾ ਵਿਚਾਰੀ, ਪਰ ਵਿਚਾਰੀ ਕਿਸੇ ਨੇ ਨਹੀਂ ਉਹਨਾਂ ਚ। ਹੁਣ ਪੰਡਿਤ ਦੇ ਵਿੱਚ ਜੋਗੀ ਵੀ ਆ ਜਾਏਗਾ, ਪੰਡਿਤ ਦੇ ਵਿੱਚ ਮੁੱਲਾ ਵੀ ਆ ਜਾਏਗਾ, ਤੇ ਅੱਜ ਕੱਲ ਜੇ ਆਪਾਂ ਕਹੀਏ ਤਾਂ ਸਾਡੇ ਗ੍ਰੰਥੀ ਵੀ ਆ ਜਾਣਗੇ, ਜੇ ਉਹਨਾਂ ਨੇ ਵਿਚਾਰੀ ਨਹੀਂ ਹੈ ਗੱਲ। ਵਿਰਲਾ ਵਿਚਾਰੀ ਹੈ, ਇਹ ਗੱਲ ਦਾ ਬਹੁਤ ਆਪਾਂ ਨੂੰ ਸਟ੍ਰੈਸ ਦੇਣੀ ਚਾਹੀਦੀ ਹੈ। ਹਰੇਕ ਜੋ ਗੱਲ ਕਰਦਾ ਹੈ, ਕਿਆ ਉਹਨੇ ਵਿਚਾਰ ਲਿਆ। ਬਿਨ ਸਤਿਗੁਰ ਭੇਟੇ, ਹੁਣ ਆਹ ਸਤਿਗੁਰ ਹੈ, ਇਹਦੇ ਨਾਲ ਭੇਟ ਹੋਣੀ ਚਾਹੀਦੀ ਹੈ। ਇਹ ਭੇਟ ਹੁੰਦੀ ਹੈ ਘਟ ਵਿੱਚ, ਆ ਘਟ ਤੋਂ ਘਟ ਚ ਹੁੰਦੀ ਹੈ। ਸਭ ਫਿਰੇ ਹੰਕਾਰੀ, ਜਿਹੜੇ ਬਾਕੀ ਹੈ ਉਹ ਸਾਰੇ ਜੀਵ ਹੰਕਾਰੀਆਂ ਚ ਆ ਜਾਂਦੇ ਭਾਈ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਇੱਕ ਵਾਰ ਸ਼ਬਦ ਆਉਂਦਾ ਗੁਰਬਾਣੀ ਚ ਬੰਦੀ ਛੋੜ, ਔਰ ਜਿੰਨੀ ਕਿ ਮੈਨੂੰ ਸਮਝ ਹੈ ਇਹ ਕੰਪਾਊਂਡ ਵਰਡ ਹੈ, ਚਾਹੇ ਬਿਹਾਰੀ ਲੱਗੀ ਹੈ, ਪਰ ਇਹਨੂੰ ਇੱਕ ਸਮਝਣਾ ਪਏਗਾ, ਕਿਉਂਕਿ ਇਹਦੇ ਪਿੱਛੇ ਇੱਕ ਥਾਟ ਪ੍ਰੋਸੈਸ ਖੜਾ। ਗਈ ਜੈ ਕਿਤੇ, ਕਿੱਥੇ ਗਈ ਸੀ ਸੁਰਤ, ਸੁਰਤ ਤਾਂ ਅਵਘਟ ਚ ਜਾਂਦੀ ਹੈ। ਜੇ ਕੋਈ ਅਵਘਟ ਤੋਂ ਸੁਰਤ ਨੂੰ ਘਟ ਚ ਲਿਆਵੇ, ਗਈ ਹੋਈ ਨੂੰ ਮੋੜ ਲਿਆਵੇ, ਉਹ ਬੰਦੀ ਛੋੜ ਹੈ। ਫਿਰ ਉਹ ਉਪਦੇਸ਼ ਦੇ ਸਕਦਾ ਬਾਕੀਆਂ ਨੂੰ, ਕਿਉਂਕਿ ਉਹਨੇ ਆਪਣੀ ਸੁਰਤ ਜੋ ਲਿਆਂਦੀ ਅੰਦਰ। ਨਿਰੰਕਾਰ ਦੁਖਦਾਰੀ, ਉਹ ਫਿਰ ਨਿਰੰਕਾਰ ਸਰੂਪ ਹੈ, ਬਾਕੀਆਂ ਦਾ ਦੁੱਖ ਦੂਰ ਕਰ ਸਕਦਾ, ਉਪਦੇਸ਼ ਦੇ ਸਕਦਾ, ਕਿਸੇ ਦੀ ਬਾਂਹ ਫੜ ਕੇ ਨਹੀਂ ਲਿਜਾ ਸਕਦਾ ਅੱਗੇ। ਹਾਂ ਇੰਨਾ ਹੀ ਬਹੁਤ ਹੈ, ਜੇ ਕੋਈ ਦੱਸ ਦੇਵੇ ਰਸਤਾ ਕੌਣ। ਉਹ ਫਿਰ ਇਹ ਕਹਿੰਦੇ ਆ ਵੀ ਦੁਨੀਆ ਜਿਹੜੀਆਂ ਮੱਤਾਂ ਚੱਲ ਰਹੀਆਂ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਉਹ ਕਹਿੰਦੇ ਉਹ ਇਹਨਾਂ ਤੋਂ ਉੱਪਰ ਹੈ। ਫਿਰ ਨਾ ਤਾਂ ਉਹ ਕੋਈ ਕਰਮ ਕਰਦਾ ਹੈ ਧਰਮ ਦਾ, ਤੇ ਨਾ ਉਹਨੂੰ ਕੋਈ ਦੂਸਰਾ ਧਰਮ ਪਤਾ, ਉਹਨੂੰ ਤਾਂ ਇੱਕੇ ਪਤਾ ਕਿ ਸਗਲ ਧਰਮ ਮੇ ਸ੍ਰੇਸ਼ਟ ਧਰਮ, ਹਰੀ ਕੋ ਨਾਮ ਜਪ ਨਿਰਮਲ ਕਰਮ। ਉਹ ਲੋਭੀ ਮਾਇਆ ਧਾਰੀ ਦੇ ਜਿੰਨੇ ਧਰਮ ਹੈ ਉਹਨਾਂ ਤੋਂ ਪਰੇ ਹੈ। ਉਹਨੂੰ ਫਿਰ ਕੀ ਕਹਿੰਦੇ ਆ, ਨਾਮ ਪਰਿਓ ਭਗਤ ਗੋਬਿੰਦ ਕਾ। ਹੁਣ ਇੱਥੇ ਸ਼ਬਦ ਬੜਾ ਪਰਟੀਕੂਲਰ ਚੂਜ਼ ਕੀਤਾ ਪੰਚਮ ਪਾਤਸ਼ਾਹ ਨੇ, ਉਹ ਕਹਿੰਦੇ ਉਹਨੂੰ ਭਗਤ ਗੋਬਿੰਦ ਕਾ ਕਹਿਣਾ ਪਏਗਾ। ਨਾ ਉਹ ਗੁਰੂ ਹੈ ਨਾ ਕੁਝ ਹੋਰ ਹੈ। ਅਸੀਂ ਗੁਰੂ ਗੁਰੂ ਕਹਿ ਕੇ ਅਸੀਂ ਪਤਾ ਨਹੀਂ ਕਿਹਦੀ ਵਡਿਆਈ ਕਰ ਰਹੇ ਹਾਂ। ਪੰਚਮ ਪਾਤਸ਼ਾਹ ਕਹਿੰਦੇ ਆ ਉਹਨੂੰ ਭਗਤ ਗੋਬਿੰਦ ਕਾ ਕਿਹਾ ਜਾਏਗਾ। ਇਹ ਰੱਖੋ ਪੈਜ ਤੁਮਾਰੀ, ਫਿਰ ਇਹਦੀ ਪੈਜ ਰੱਖਦਾ ਪਰਮੇਸ਼ਰ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਇੱਕ ਨਹੀਂ ਹੈ, ਉੱਥੇ ਰਾਜੇ ਹੈ, ਉੱਥੇ ਸਾਰੇ ਪੂਰਨ ਬ੍ਰਹਮ ਹੈ। ਉਹ ਫਿਰ ਪੈਜ ਰੱਖਦਾ ਆਪਣੇ ਭਗਤਾਂ ਦੀ। ਉਹ ਗੋਬਿੰਦ ਕੇ ਭਗਤ ਹੈ, ਇਹ ਹਰ ਕੇ ਭਗਤ ਹੈ, ਇਹ ਹਰ ਕੇ ਸੰਤ ਹੈ, ਦੂਸਰੇ ਨਹੀਂ ਹੈ। ਇੱਕ ਇਸ਼ਾਰਾ ਨਾਮਦੇਵ ਜੀ ਨੇ ਦਿੱਤਾ,
ਨਾਮੇ ਕੇ ਸੁਆਮੀ ਸੀ ਬਹੋਰੀ, ਲੰਕ ਭੀਖਣ ਆਪਿਓ ਹਿਓ। ਨਾਮਾ ਜੀ ਕਹਿੰਦੇ ਆ ਵੀ ਜਿਹੜੇ ਸਵਾਮੀ ਹੈ ਮੇਰੇ, ਅਸਲ ਵਿੱਚ ਉਹਨਾਂ 'ਚ ਸ਼ਕਤੀ ਹੈ। ਸੀ ਜਿਹੜੀ ਹੈਗੀ ਹੈ, ਇੱਥੇ ਉਹਨੂੰ ਗਈ ਬੋਹੜ ਲਿਖਿਆ ਸੀ, ਉਹ ਸੀ ਲਿਖਿਆ ਸੀਤਾ ਨੂੰ, ਉਹ ਮੁੜ ਕੇ ਆਉਂਦੀ ਹੈ। ਸੀਤਾ ਜੇ ਆ ਗਈ, ਰਾਮ ਆ ਗਿਆ, ਤਾਂ ਫਿਰ ਰਮਾਇਣ ਤਾਂ ਸਾਡੇ ਕੋਲੇ ਆ ਗਈ ਫਿਰ। ਹਾਂ, ਸਾਡੀ ਰਮਾਇਣ ਦਾ ਜਿਹੜਾ ਸਟੈਂਡਰਡ ਹੈ ਉਹ ਬਾਕੀਆਂ ਨਾਲੋਂ ਡਿਫਰੈਂਟ ਹੈ। ਭੀਖਣ ਵੀ ਆ ਗਿਆ, ਲੰਕ ਵੀ ਆ ਗਿਆ। ਹੁਣ ਜਿਹੜੇ ਕਹੀ ਜਾਂਦੇ ਆ ਉਹ ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ ਹੈ, ਤੇ ਉਹ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਆ, ਮੈਨੂੰ ਤਾਂ ਸਮਝ ਨਹੀਂ ਆ ਰਿਹਾ। ਇਹਨਾਂ ਦਾ ਸਾਡਾ ਕੋਈ ਇਹੋ ਜਿਹਾ ਤਿਉਹਾਰ ਹੀ ਨਹੀਂ ਹੁੰਦਾ। ਜਿਹੜਾ ਸਾਡਾ ਤਿਉਹਾਰ ਹੈ ਉਹ ਹੈਗਾ ਵੀ ਜਦੋਂ ਸੁਰਤ ਆ ਗਈ, ਉਹਦੀਆਂ ਐਲੀਮੈਂਟਸ ਹੈ, ਇੱਕ ਸੀ ਹੋ ਗਈ, ਇੱਕ ਉਹਦਾ ਲੰਕ ਹੋ ਗਿਆ, ਭੀਖਣ ਹੋ ਗਿਆ, ਸਵਾਮੀ ਹੋ ਗਿਆ, ਇਹ ਰਾਮ ਹੈਗਾ। ਇਹ ਸਾਡੀ ਰਮਾਇਣ ਚੱਲਦੀ ਹੈ। ਇਹ ਪੱਖੋਂ ਸਾਨੂੰ ਰਮਾਇਣ ਸਮਝਣੀ ਪਏਗੀ। ਹੁਣ ਆਪਾਂ ਆਹ ਸ਼ਬਦ ਦਾ ਕਰਕੇ ਫਿਰ ਆਪਾਂ ਅਗਲੀ ਸੈਸ਼ਨ ਸ਼ੁਰੂ ਕਰਾਂਗੇ। ਜਗ ਬੰਦੀ ਅਵਘਟ ਹੈ, ਮੁਕਤੇ ਹੋਂ ਮਾਰੀ ਭਾਈ ਘਟ ਵਾਲਾ ਹੈਗਾ। ਜਗ ਗਿਆਨੀ ਵਿਰਲਾ, ਇਹ ਘਟ ਵਾਲੇ ਆ ਜਿਹੜੇ ਘਟ ਚ ਆ ਗਏ ਆ। ਆਚਾਰੀ ਜਿਹੜੇ ਆ ਜਿੱਥੇ ਅਵਘਟ ਚ ਹੀ ਆ। ਜਗ ਪੰਡਤ ਜਿਹੜੇ ਜਗ ਚ ਪੰਡਤ ਹੈ ਉਹ ਅਵਘਟ ਚ ਫਿਰਦੇ ਨੇ। ਵਿਰਲਾ ਵਿਚਾਰੀ, ਇਹ ਘਟ ਚ ਹੈ। ਬਿਨ ਸਤਿਗੁਰ ਭੇਟੇ, ਸਤਿਗੁਰ ਜੋ ਹੈ ਉਹ ਘਟ ਦਾ ਹੀ ਹੈ ਨਿਵਾਸੀ। ਸਭ ਫਿਰੇ ਅਹੰਕਾਰੀ, ਬਾਕੀ ਜੋ ਹੈ ਸਭ ਦੁਨੀਆ ਆਵਣ ਜਾਵਣੀ। ਉਹ ਉਹਨਾਂ ਦੀ ਗੱਲ ਹੈ। ਗੱਲ ਅਵਘਟ ਔਰ ਘਟ ਦੀ ਹੋਈ ਹੈ। ਜਿਹੜੇ ਅਵਘਟ ਤੋਂ ਘਟ ਚ ਆ ਗਏ ਉਹਨਾਂ ਦੀ ਕਹਾਣੀ ਇਹ ਚੱਲ ਰਹੀ ਹੈ। ਹੁਣ ਆਪਾਂ ਜੋ ਅਗਲਾ ਸੈਸ਼ਨ ਹੈ ਉਹ ਸ਼ੁਰੂ ਕਰਾਂਗੇ। ਤੋ ਇੱਥੇ ਆਪਾਂ ਇਹਦੀ ਸਮਾਪਤੀ ਕਰਦੇ ਹਾਂ ਤੇ ਆਪਾਂ ਬਣੇ ਰਹਿਣਾ ਹੈਗਾ। ਆਪਾਂ ਅਗਲਾ ਸੈਸ਼ਨ ਹੁਣੇ ਸ਼ੁਰੂ ਕਰਦੇ ਹਾਂ।